ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਕੋਈ ਵਿਅਕਤੀ ਲੋਕਾਂ ਦੀ ਗੱਲ ਕਰਦਾ, ਆਵਾਮ ਦੀ ਗੱਲ ਕਰਦਾ, ਜਨਹਿਤ ਦੀ ਗੱਲ ਕਰਦਾ ਜਾਂ ਕੋਈ ਇਹੋ ਜਿਹਾ ਕਾਰਜ ਕਰਦਾ ਜਿਹੜਾ ਲੋਕਾਂ ਦੇ ਵਿੱਚ ਜਾਵੇ, ਜਿਹਦੇ ਨਾਲ ਲੋਕਾਂ ਨੂੰ ਫਾਇਦਾ ਲੱਗੇ ਔਰ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਕੰਮ ਸੀ ਉਹਦੇ ਨਾਲ ਲੋਕਾਂ ਨੂੰ ਪਤਾ ਲੱਗੇ। ਸੋ ਅੱਜ ਇਸੇ ਲੜੀ ਦੇ ਤਹਿਤ ਅੱਜ ਆਪਣੇ ਇਸ ਮੰਚ ਤੇ ਅਸੀਂ ਉਸ ਸ਼ਖਸੀਅਤ ਨੂੰ ਲੈ ਕੇ ਆਏ ਹਾਂ ਜਿਹੜੇ ਇੱਕ ਹੀ ਗੁਣ ਨਹੀਂ ਹੈ, ਬਹੁਤ ਹੀ ਗੁਣਾਂ ਦੇ ਸੁਮੇਲ ਨੇ ਔਰ ਇਸ ਵੇਲੇ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਨਾਮ ਹੈ। ਕਾਰਨ ਕੀ ਹੈ? ਉਹ ਇੱਕ ਇਹੋ ਜਿਹਾ ਕਾਰਜ ਕਰ ਰਿਹਾ ਜਿਹਦੇ ਕਰਕੇ ਉਹਨਾਂ ਦਾ ਨਾਮ ਆ। ਉਸ ਜਿਹੜੀ ਆ ਬਾਂਸ ਦੀ ਖੇਤੀ ਨੂੰ ਲੈ ਕੇ ਜਿਹੜਾ ਬਹੁਤ ਵੱਡਾ ਉਹਨਾਂ ਦਾ ਫਾਰਮ ਹਾਊਸ ਆ ਤੇ ਨਾਲ ਦੀ ਨਾਲ ਲੋਕਾਂ ਦੇ ਕੰਮ ਕਰਦੇ ਔਰ ਉਹ ਇੱਕ ਅਲੱਗ ਪ੍ਰੋਜੈਕਟ ਵੀ ਕਿਆ ਕਰਦੇ, ਉਹਨਾਂ ਦੀ ਪ੍ਰੋਜੈਕਟ ਸੰਬੰਧੀ ਵੀ ਅਸੀਂ ਗੱਲ ਕਰਾਂਗੇ, ਨਾਲ ਦੀ ਨਾਲ ਉਹਨਾਂ ਦੇ ਫਾਰਮ ਹਾਊਸ ਬਾਰੇ ਵੀ ਗੱਲ ਕਰਾਂਗੇ ਤੇ ਹੋਰ ਵੀ ਕਈ ਅਹਿਮ ਮੁੱਦੇ ਜਿਹੜੇ ਉਹਨਾਂ ਦੇ ਨਾਲ ਰਿਲੇਟਡ ਨੇ, ਕਿਉਂਕਿ ਉਹ ਸ਼ਖਸੀਅਤ ਮੈਂ ਫਸਟ ਆਫ ਆਲ ਆਪਣੇ ਦਰਸ਼ਕਾਂ ਨੂੰ ਇਹ ਦੱਸਦੇ ਹਾਂ ਵੀ ਇਹ ਉਹ ਸ਼ਖਸੀਅਤ ਨੇ ਜਿਹੜੇ ਇਸ ਵੇਲੇ ਮੰਚ ਤੇ ਆਏ। ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਕਰੀਬਨ ਹਰ ਹਫ਼ਤੇ 2-15 ਦਿਨੀ ਇਹਨਾਂ ਦੇ ਨਾਲ ਫੋਨ ਤੇ ਔਰ ਇਹਨਾਂ ਨੂੰ ਪਰਸਨਲੀ ਮਿਲਣ ਆਉਂਦੇ ਸੀਗੇ। ਉਹ ਕੀ ਕਾਰਨ ਸਾ ਉਹ ਵੀ ਅਸੀਂ ਗੱਲ ਕਰਾਂਗੇ। ਕੇ ਸੁਬਰਾਮਨੀਅਨ ਉਹ ਵੀ ਇਹਨਾਂ ਦੇ ਸੰਪਰਕ 'ਚ ਇਹਨਾਂ ਦੇ ਫਾਰਮ ਹਾਊਸ 2-3 ਦਿਨ ਸਟੇ ਕਰਕੇ ਗਏ ਆ, ਉਹ ਸੇਵਾएं ਕਿਉਂ, ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਇਹਨਾਂ ਦੇ ਨਾਲ ਵਿਸਤਾਰ ਦੇ ਨਾਲ ਗੱਲ ਕਰਾਂਗੇ। ਕਿ 1978 'ਚ ਮੇਰੇ ਆਪਣੇ ਪੇਰੈਂਟਸ ਦੀ ਜਿਹੜੀ ਜ਼ਮੀਨ ਸੀਗੀ ਉਹ ਤਕਸੀਮ ਹੋ ਗਈ। ਉਸ ਦੇ ਵਿੱਚ ਅਸੀਂ 2 ਭਰਾ ਸੀਗੇ ਤੇ ਸਾਨੂੰ ਦੋਹਾਂ ਭਰਾਵਾਂ ਨੂੰ 354 ਕਨਾਲ ਜ਼ਮੀਨ ਜੰਗਲ ਦੀ ਮਿਲੀ ਤੇ ਜਦੋਂ ਅਸੀਂ ਉਹ ਜ਼ਮੀਨ ਸਾਡੇ ਹਿੱਸੇ 'ਚ ਆ ਗਈ। ਜੀ ਸਰ, ਕਿਸ ਪਿੰਡ ਦੇ ਵਿੱਚ ਹੈ, ਕਿਸ ਜ਼ਿਲ੍ਹੇ ਦੇ ਵਿੱਚ ਹੈ? ਇਹ ਪਿੰਡ ਹੈ ਹਰਦੋਨੇਕਨਾਮਾ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਜੀ ਪਲੀਜ਼ ਕੈਰੀ ਔਨ। ਤੇ ਮੈਂ ਜਦੋਂ ਉਸ ਦਾ ਟੋਟਲ ਰੈਵਨਿਊ 354 ਕਨਾਲ ਦਾ ਲੈਣਾ ਚਾਹਿਆ ਤੇ ਉਹ 354 ਕਨਾਲ ਦਾ ਰੈਵਨਿਊ ਇੱਕ ਸਾਲ ਲਈ 250 ਰੁਪਏ ਤੋਂ ਉੱਪਰ ਨਹੀਂ ਮਿਲਿਆ। ਵੈਸੇ ਤੇ ਉਸ 354 ਕਨਾਲ ਦੀ ਜ਼ਮੀਨ ਜਿਹੜੀ ਮਿਲੀ ਉਹਦੇ ਵਿੱਚ ਟੋਟਲ ਵੇਸਟ ਲੈਂਡ ਪਈ ਹੋਈ ਸੀ, ਟੋਟਲ ਲੱਕੜੀ ਦਾ ਮੁੱਲ ਸਿਰਫ 80 ਰੁਪਏ ਪਿਆ। ਤੇ ਮੈਂ ਜਿਸ ਬੰਦੇ ਨੇ ਮੇਰੇ ਕੋਲੋਂ ਇੱਕ ਸਾਲ ਲਈ ਉਹ ਇੰਨਾ ਵੱਡਾ ਪੋਰਸ਼ਨ ਲਿਆ, ਮੈਂ ਉਹਨੂੰ ਕਿਹਾ 354 ਕਨਾਲ ਜ਼ਮੀਨ ਤੇ 250 ਰੁਪਈਆ ਵੀ ਕੁਛ ਤੇ ਸੋਚਿਆ ਜਾਏ। ਉਹ ਕਹਿਣ ਲੱਗਾ ਜੀ ਜੇ ਕੋਈ 255 ਰੁਪਏ ਦਿੰਦਾ ਤਾਂ ਉਹਨੂੰ ਦੇ ਦਿਓ, ਮੈਂ ਤਾਂ ਇਹ ਤੋਂ ਵੱਧ ਨਹੀਂ ਦੇ ਸਕਦਾ। ਪਰ ਮੈਨੂੰ 255 ਰੁਪਏ ਨਹੀਂ ਮਿਲੇ। ਇਨ ਦਾ ਮੇਨ ਟਾਈਮ ਮੈਂ ਇੱਕ ਰਸਾਲਾ ਮੇਰੇ ਹੱਥ ਲੱਗ ਗਿਆ, ਉਹ ਇਜ਼ਰਾਈਲ ਦਾ ਸੀਗਾ। ਉਹਦੇ ਵਿੱਚ ਮੈਂ ਪੜ੍ਹ ਕੇ ਹੈਰਾਨ ਹੋ ਗਿਆ ਕਿ ਇਜ਼ਰਾਈਲ ਇੱਕ ਐਸਾ ਦੇਸ਼ ਜਿਹੜਾ ਕਿ ਮਰੂਸਥਲ 'ਚ ਬਣਿਆ 1945 'ਚ ਔਰ ਉਹਨਾਂ ਲੋਕਾਂ ਨੇ ਆਪਣੀ ਮਿਹਨਤ ਨਾਲ ਉਹਨੂੰ ਦੁਨੀਆ ਦਾ ਸਭ ਤੋਂ ਹਰਾ ਮੁਲਕ ਬਣਾ ਦਿੱਤਾ। ਤਾਂ ਮੈਂ ਸੋਚਿਆ ਕਿ ਜੇ ਉਹ ਸਭ ਕੁਛ ਕਰ ਸਕਦੇ ਆ ਅਸੀਂ ਕਿਉਂ ਨਹੀਂ ਕਰ ਸਕਦੇ। ਤਾਂ ਉੱਥੋਂ ਮੈਂ ਆਪਣੀ ਇਸ ਜ਼ਮੀਨ ਦੀ ਡਿਵੈਲਪਮੈਂਟ ਦੀ ਸ਼ੁਰੂਆਤ ਕੀਤੀ। ਸਰ, ਅੱਜ ਸਪੈਸ਼ਲ ਜਿਹੜਾ ਤੁਸੀਂ ਇੱਥੇ ਕੁਆਂਟਮ ਪੇਪਰ ਮਿਲ ਦੇ ਵਿੱਚ ਆਏ ਹੋ, ਬੰਬੂ ਡੇ ਦੇ ਵਿੱਚ ਆਏ ਹੋ, ਤੁਸੀਂ ਆਈ ਵੀ ਤੁਹਾਡਾ ਪਲੈਨਿੰਗ ਹੈ ਜਿਹਦੇ ਵਿੱਚ ਤੁਸੀਂ ਦੱਸਿਆ ਸੀਗਾ ਵੀ ਪੰਜਾਬ ਹੀ ਨਹੀਂ ਹੋਰ ਦੂਸਰੇ ਸੂਬਿਆਂ ਦੇ ਇਸ ਚੀਜ਼ ਦੀ ਜਿਹੜੀ ਬਾਂਸ ਦੀ ਘਾਟ ਆ, ਇਹ ਜਿਹੜਾ ਦੂਸਰਾ ਸੂਬਾ ਸਾਡੀ ਪੂਰੀ ਕਰਦਾ। ਪੰਜਾਬ ਦੇ ਵਿੱਚ ਬਹੁਤ ਲੈਂਡ ਆ ਬਟ ਇੱਥੇ ਖੇਤੀ ਤੋਂ ਜਾਗਰੂਕ ਨਹੀਂ ਆ, ਉਹਦੇ ਲਈ ਤੁਸੀਂ ਕਿਹੜਾ ਉਪਰਾਲਾ ਕਰਦੇ ਹੋ, ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਦੇ ਹੋ? ਇਸ ਤਰ੍ਹਾਂ ਹੈ ਕਿ ਇਹ ਬੜਾ ਵੱਡਾ ਦੁਖਾਂਤ ਹੈ ਕਿ ਅੱਜ 76-77 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ। ਪੰਜਾਬ ਦਾ ਇੱਕ ਕੰਢੀ ਏਰੀਆ ਕਹਿਲਾਂਦਾ ਹੈ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਉੱਥੇ ਫੋਰੈਸਟ ਏਰੀਆ ਜ਼ਿਆਦਾ ਜਾਂ ਉਹ ਹਿੱਲੀ ਟਰੈਕ ਹੈ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਹ ਲੈਵਲਡ ਲੈਂਡ ਨਹੀਂ ਹੈ ਔਰ ਉਹ ਹਿਮਾਚਲ ਦੇ ਬਾਰਡਰ ਦੇ ਨਾਲ ਨਾਲ ਹੈ, ਜਿਸ 'ਚੋਂ ਪਠਾਨਕੋਟ ਤੋਂ ਲੈ ਕੇ ਤੇ ਤਕਰੀਬਨ ਅਸੀਂ ਰੋਪੜ ਤੋਂ ਵੀ ਅੱਗੇ ਚੱਲ ਜਾਈਏ ਤਾਂ ਇਹ ਉਹ ਏਰੀਆ ਹੈ ਜਿਹੜਾ ਕਿ 10% ਏਰੀਆ ਹੈ ਔਰ ਜਿਹਨੇ ਅੱਜ ਤੱਕ ਪੰਜਾਬ ਦੀ ਡਿਵੈਲਪਮੈਂਟ, ਪੰਜਾਬ ਦੇ ਪੈਸਿਆਂ ਦੀ ਯੋਗਦਾਨ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਔਰ ਲੋਕਾਂ ਦੀ ਵੀ ਉੱਥੇ ਹਾਲਾਤ ਜਿਹੜੇ ਹੈਗੇ ਆ ਉਹ ਕੋਈ ਬਹੁਤ ਅੱਛੇ ਨਹੀਂ ਹੈ। ਮੇਰੀ ਜਿਹੜੀ ਜ਼ਮੀਨ ਸੀਗੀ ਉਹ ਵੀ ਇਸ ਹੀ ਖਿੱਤੇ ਵਿੱਚ ਸੀ। ਸੋ ਜਿਸ ਵੇਲੇ ਉਹਦੇ 'ਤੇ ਮੈਂ ਕੰਮ ਸ਼ੁਰੂ ਕੀਤਾ ਤਾਂ ਮੈਨੂੰ ਇੱਕ ਗੱਲ ਸਮਝ ਲੱਗੀ ਕਿ ਜਿੰਨੀ ਦੇਰ ਤੱਕ ਪਾਣੀ ਨਾ ਬਚਾਇਆ ਗਿਆ ਉਨੀ ਦੇਰ ਤੱਕ ਜੇ ਅੱਗੇ ਮੈਂ ਡਿਵੈਲਪਮੈਂਟ ਕਰਨਾ ਚਾਹਾਂਗਾ ਤਾਂ ਨਹੀਂ ਕਰ ਸਕਾਂਗਾ। ਸੋ ਉਸ ਸੋਚ ਤੋਂ ਮੈਂ ਕਰਜ਼ਾ ਲੈ ਕੇ ਇੱਕ ਡੈਮ ਬਣਾਇਆ ਜਿਹੜਾ ਕਿ 32 ਫੁੱਟ ਉੱਚਾ ਸੀਗਾ ਔਰ ਉਹਦੇ ਵਿੱਚ ਇਸ ਲਈ 18 ਤੋਂ 20 ਫੁੱਟ ਉੱਚਾ ਪਾਣੀ ਖੜਾ ਹੈ ਜੀ। ਔਰ ਉਸ ਪਾਣੀ ਨਾਲ ਮੇਰੇ ਉਸ ਸਾਰੇ ਰਕਬੇ ਦੀ ਇੰਨੀ ਅੱਛੀ ਡਿਵੈਲਪਮੈਂਟ ਹੋ ਗਈ ਕਿ ਜਿਹੜਾ ਮੈਨੂੰ 250 ਰੁਪਇਆ ਇੱਕ ਸਾਲ ਦੀ ਰੈਵਨਿਊ ਨਹੀਂ ਦਿੰਦਾ ਸੀ, 1918 'ਚ ਮੈਂ ਬੈਂਗੂ ਤੋਂ 25 ਲੱਖ ਰੁਪਇਆ ਉਦੋਂ ਤੋਂ ਹਾਸਲ ਕੀਤਾ। ਸੋ ਮੈਂ
ਮੈਂ ਖੁਦ ਇਸ ਗੱਲ ਤੇ ਹੈਰਾਨ ਹੁੰਨਾ ਹੈ ਕਿ ਜੇ ਇੱਕ ਥੋੜੀ ਜਿਹੀ ਕੋਸ਼ਿਸ਼ ਕਰਨ ਤੋਂ ਬਾਅਦ ਇੱਕ ਬਹੁਤ ਹੀ ਛੋਟਾ ਏਰੀਆ ਇੰਨੇ ਪੈਸੇ ਪੈਦਾ ਕਰ ਸਕਦਾ ਹੈ, ਤੇ ਪੰਜਾਬ ਦਾ 10ਵਾਂ ਹਿੱਸਾ ਜਿਹੜਾ ਬੇਕਾਰ ਪਿਆ ਹੋਇਆ ਹੈ ਉਹ ਕਈ ਹਜ਼ਾਰ ਕਰੋੜ ਰੁਪਈਆ ਪੈਦਾ ਕਰ ਸਕਦਾ, ਕਈ ਲੱਖ ਨੌਕਰੀਆਂ ਪੈਦਾ ਕਰ ਸਕਦਾ ਹੈ। ਅਸੀਂ ਕਿਉਂ ਨਹੀਂ ਕਰ ਸਕੇ ਅੱਜ ਤੱਕ? ਇਸ ਗੱਲ ਤੇ ਮੈਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਚਾਂਸ ਦੀ ਗੱਲ ਹੈ ਕਿ ਮੈਨੂੰ ਪੰਜਾਬ ਸਟੇਟ ਬੋਰਡ ਫਾਰ ਵਾਈਲਡ ਲਾਈਫ ਦਾ ਮੈਂਬਰ ਬਣਾ ਦਿੱਤਾ ਗਿਆ। ਮੇਰੀ ਉਸ ਉਪਰਾਲੇ ਦਾ ਇੱਕ ਨਤੀਜਾ ਸੀਗਾ ਕਿ ਸਰਕਾਰ ਨੇ ਇਸ ਲੈਵਲ ਦਾ ਮੈਨੂੰ ਅਹੁਦਾ ਦੇ ਦਿੱਤਾ, ਔਰ ਉਸ ਬੋਰਡ ਦੀ ਇੱਕ ਮੀਟਿੰਗ 'ਚ ਪ੍ਰਕਾਸ਼ ਸਿੰਘ ਬਾਦਲ ਉਸ ਦੇ ਚੀਫ ਮਿਨਿਸਟਰ ਸੀਗੇ, ਉਹਨਾਂ ਦੇ ਘਰ ਮੀਟਿੰਗ ਸੀ। ਉਸ ਮੀਟਿੰਗ 'ਚ ਮੀਟਿੰਗ ਹੋਈ ਔਰ ਮੀਟਿੰਗ ਖਤਮ ਹੋ ਗਈ। ਮੈਂ ਮੀਟਿੰਗ ਨੂੰ ਰੋਕਤਾ। ਬਾਦਲ ਸਾਹਿਬ ਨੇ ਬਹੁਤ ਹੀ ਸਿਆਣਪ ਕੀਤੀ ਕਿ ਮੇਰੀ ਮੀਟਿੰਗ ਤੋਂ ਬਾਅਦ ਵੀ ਉਹਨਾਂ ਨੇ ਮੀਟਿੰਗ ਨੂੰ ਚਾਲੂ ਕਰ ਦਿੱਤਾ ਔਰ ਮੇਰੇ ਵਿਚਾਰ ਉਹਨਾਂ ਨੇ ਸੁਣੇ। ਮੈਂ ਉਹਨਾਂ ਨੂੰ ਪਹਿਲਾਂ ਹੀ ਸਵਾਲ ਕੀਤਾ ਕਿ 75 ਸਾਲ ਇਸ ਰਕਬੇ ਨੂੰ ਅਗਰ ਇਗਨੋਰ ਕਰਕੇ ਅਸੀਂ ਪੈਸੇ ਪੈਦਾ ਨਹੀਂ ਕਰ ਸਕੇ ਤਾਂ ਇਹਦਾ ਕੌਣ ਜ਼ਿੰਮੇਵਾਰ ਹੈ? ਤੇ ਉਹਨਾਂ ਦਾ ਬਹੁਤ ਸਪਸ਼ਟ ਜਵਾਬ ਸੀਗਾ ਕਿ ਅਸੀਂ ਤਾਂ ਇਸ ਰਕਬੇ ਨੂੰ ਸਮਝਦੇ ਹਾਂ ਵੀ ਇਹ ਪੈਦਾ ਹੀ ਨਹੀਂ ਕਰ ਸਕਦਾ। ਮੈਂ ਕਿਹਾ ਫਿਰ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਰਕਬਾ ਪਰ ਏਕੜ ਇੰਨੇ ਪੈਸੇ ਪੈਦਾ ਕਰ ਸਕਦਾ ਹੈ ਜਿੰਨਾ ਕਿ ਪਰ ਏਕੜ ਪੰਜਾਬ ਦਾ ਹੋਰ ਕੋਈ ਹਿੱਸਾ ਕਰ ਹੀ ਨਹੀਂ ਸਕਦਾ। ਤੇ ਮੈਂ ਉਹਨਾਂ ਨੂੰ ਕਿਹਾ ਮੇਰੀ ਗੱਲ ਤੇ ਇਤਵਾਰ ਨਾ ਕਰੋ ਜੀ, ਮੈਂ ਜੋ ਕਹਿਣਾ ਪਿਆ ਇਹਦੇ ਇਤਵਾਰ ਨਾ ਕਰੋ, ਔਰ ਅਗਲੀ ਮੀਟਿੰਗ ਬੋਰਡ ਦੀ ਮੇਰੇ ਫਾਰਮ ਤੇ ਰੱਖੋ, ਆਪਣੀ ਅੱਖੀਂ ਜਾ ਕੇ ਦੇਖੋ ਕਿ ਜੋ ਮੈਂ ਕਹਿ ਰਿਹਾ ਉਹ ਸਹੀ ਹੈ ਜਾਂ ਨਹੀਂ। ਪਰ ਉਸ ਤੋਂ ਬਾਅਦ ਬਾਦਲ ਸਾਹਿਬ ਨੇ ਬਹੁਤ ਪੋਜ਼ਿਟਿਵ ਅਪਰੋਚ ਬਣਾਈ ਔਰ ਉਹਨਾਂ ਨੇ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਔਰ ਹੋਰ ਬਹੁਤ ਸਾਰੇ ਅਫਸਰਸ ਨੂੰ ਕਰੀਬ 8-10 ਗੱਡੀਆਂ ਉੱਥੇ ਭੇਜੀਆਂ, ਔਰ ਉਹਦਾ ਨਤੀਜਾ ਹੋਇਆ ਕਿ ਮੈਂ ਬਾਦਲ ਸਾਹਿਬ ਦੇ ਇੰਨਾ ਨੇੜੇ ਚਲਾ ਗਿਆ ਕਿ ਉਹ ਤਕਰੀਬਨ ਹਰ ਹਫਤੇ ਕਿਹਾ, ਪਹਿਲੇ 15 ਦਿਨ ਤਾਂ ਉਹ ਰੋਜ਼ ਹੀ ਫੋਨ ਕਰਦੇ ਰਹੇ, ਪਰ ਫਿਰ ਵੀ ਉਹ ਹਫਤਾ 10 ਦਿਨ ਬਾਅਦ 5-7 ਦਿਨ ਬਾਅਦ ਫੋਨ ਕਰਕੇ ਜਾਂ ਤਾਂ ਮੈਨੂੰ ਬੁਲਾ ਲੈਂਦੇ ਸੀ ਤੇ ਜਾਂ ਫੋਨ ਤੇ ਹੀ 15 ਮਿੰਟ ਅੱਧਾ ਘੰਟਾ ਡਿਸਕਸ ਕਰਦੇ ਰਹਿਣਾ ਵੀ ਆਪਾਂ ਇਸ ਏਰੀਏ ਨੂੰ ਕਿੱਦਾਂ ਡਿਵੈਲਪ ਕਰ ਸਕਦੇ ਹਾਂ। ਪਰ ਕੋਈ ਬਹੁਤ ਕੰਸਟਰਕਟਿਵ ਰੋਲ ਅਸੀਂ ਪਲੇ ਨਹੀਂ ਕਰ ਸਕੇ। ਪਰ ਮੈਂ ਯਤਨਸ਼ੀਲ ਹਾਂ ਹਲੇ ਵੀ, ਔਰ ਕੋਸ਼ਿਸ਼ ਚਾਂ ਕਿ ਅਗਰ ਮੈਂ ਆਪਣੀ ਇਸ ਜ਼ਿੰਦਗੀ ਦੇ ਸਫ਼ਰ ਨੂੰ ਮੁਕੰਮਲ ਕਰਨ ਤੋਂ ਪਹਿਲੇ ਆਪਣੀ ਇਸ ਧਰਤੀ ਦੀ ਕੋਈ ਸੇਵਾ ਕਰ ਜਾਵਾਂ ਤੇ ਮੈਂ ਖੁਸ਼ਕਿਸਮਤ ਰਿਸ਼ੀ ਸਰ, ਇੱਕ ਜਿਹੜਾ ਤੁਸੀਂ ਲੈਟਰ ਲਿਖਿਆ ਸੀਗਾ ਜਿਹਦੇ ਵਿੱਚ ਆਈਜੀ ਗੁਰਪਾਲ ਸਿੰਘ ਸੰਧੂ ਸਾਹਿਬ ਜਿਨ੍ਹਾਂ ਦਾ ਇੱਥੇ ਕਾਫੀ ਰਕਬਾ ਹੈ ਸਾਡੇ ਵਿੱਚ, ਪਹਿਲਾਂ ਉਹ ਪ੍ਰੋਫੈਸਰ ਐਜੂਕੇਸ਼ਨ ਲਾਈਨ ਸੀਗੇ ਤੇ ਮੁੜ ਕੇ ਉਹ ਅੱਜ ਕੱਲ ਆਈਜੀ ਨੇ ਪੰਜਾਬ ਪੁਲਿਸ ਦੇ ਵਿੱਚ, ਉਹਨਾਂ ਦਾ ਰਕਬਾ ਆ। ਤੇ ਉਹ ਤੋਂ ਬਾਅਦ ਤੁਸੀਂ ਲੈਟਰ ਲਿਖਿਆ, ਉਹਨਾਂ ਦਾ ਇੱਕ ਸਟੂਡੈਂਟ ਇੱਥੇ ਕੰਜ਼ਰਵੇਟਰ ਜਿਹੜਾ ਕਾਫੀ ਸੀਨੀਅਰ ਅਧਿਕਾਰੀ ਹੈ ਉਹਦੇ ਨਾਲ ਗੱਲਬਾਤ ਕੀਤੀ, ਉਹ ਕੀ ਮੈਟਰ ਸੀਗਾ? ਤੇ ਨਾਲ ਦੀ ਨਾਲ ਇੱਕ ਹੋਰ ਜਿਹੜੀ ਗੱਲ ਵਿੱਚ ਅਸੀਂ ਗੱਲ ਕਰੀਏ, ਇੱਕ ਪੀਏਯੂ ਤੋਂ ਤੁਹਾਨੂੰ ਲੈਟਰ ਆਇਆ ਜਿਹੜਾ ਤੁਹਾਨੂੰ ਕਾਲ ਕੀਤੀ ਸੀ। ਜਦੋਂ ਤੁਸੀਂ ਕਿਤੇ ਗੱਲ ਕਰਦੇ ਹੋ, ਜਿਵੇਂ ਤੁਸੀਂ ਬਾਦਲ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਤੁਹਾਡੀ ਗੱਲ ਨੂੰ ਫੋਲੋ ਕੀਤਾ, ਉੱਤੇ ਕੰਮ ਕਰਕੇ ਤੁਹਾਡੇ ਰਿਲੇਸ਼ਨ ਵਧੀਆ ਬਣਦੇ ਤੇ ਤੁਸੀਂ ਉਹਨੂੰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਇਸੇ ਤਰ੍ਹਾਂ ਦੀਆਂ ਦੋ ਸਵਾਲ ਜਿਹੜੇ ਰਲਵੇਂ ਮਿਲਣੇ ਗਏ ਆ, ਇੱਕ ਤਾਂ ਜਿਹੜੇ ਆਈਜੀ ਸਾਹਿਬ ਸੰਧੂ ਸਾਹਿਬ ਉਹਨਾਂ ਦਾ ਜਿਹੜਾ ਇੱਥੇ ਆਫਿਸ ਦਾ, ਤੇ ਦੂਸਰਾ ਜਿਹੜਾ ਉਹਨਾਂ ਦੇ ਨਾਲ ਦੀ ਗੱਲ ਕੀਤੀ ਸੀ ਤੁਸੀਂ ਪੀਏਯੂ ਤੋਂ, ਉਹਨਾਂ ਨਾਲ ਬਹਿ ਕੇ ਤੁਸੀਂ ਕਿਸ ਤਰ੍ਹਾਂ ਆਪਣੀ ਇਸ ਪ੍ਰੋਜੈਕਟ ਬਾਰੇ ਗੱਲਬਾਤ ਕੀਤੀ? ਇਸ ਤਰ੍ਹਾਂ ਹੋਇਆ ਕਿ ਮੈਨੂੰ ਇੱਕ ਵਾਰ ਫੋਨ ਆ ਗਿਆ ਆਈਜੀ ਸਾਹਿਬ ਦਾ ਕਿ ਮੈਂ ਆਈਜੀ ਕ੍ਰਾਈਮ ਚੰਡੀਗੜ੍ਹ ਹਾਂ ਔਰ ਮੈਨੂੰ ਪਤਾ ਲੱਗਾ ਕਿ ਤੁਸੀਂ ਬੈਂਬੂ ਤੇ ਕੰਮ ਕਰਦੇ ਪਏ ਹੋ ਤੇ ਕੀ ਤੁਸੀਂ ਮੇਰੀ ਹੈਲਪ ਕਰੋਗੇ ਜੀ? ਮੈਂ ਕਿਹਾ ਜੀ ਮੈਂ ਬੈਂਬੂ ਦੇ ਮਸਲੇ ਵਿੱਚ ਕਿਸੇ ਵੀ ਬੰਦੇ ਦੀ ਮਦਦ ਕਰਨ ਲਈ 24 ਘੰਟੇ ਤਿਆਰ। ਪਰ ਇਹ ਗੱਲਾਂ ਜਿਹੜੀਆਂ ਟੈਲੀਫੋਨ ਤੇ ਨਹੀਂ ਹੋ ਸਕਣੀਆਂ। ਪਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਮੇਰਾ ਨੰਬਰ ਕਿਹਨੇ ਦਿੱਤਾ ਜੀ? ਫਿਰ ਉਹ ਕਹਿਣ ਲੱਗੇ ਕਿ ਮੈਂ ਪਹਿਲੇ ਪ੍ਰੋਫੈਸਰ ਸੀਗਾ ਪੀਏਯੂ 'ਚ ਔਰ ਮੇਰਾ ਇੱਕ ਸਟੂਡੈਂਟ ਇਸ ਲਈ ਚੀਫ ਕੰਜ਼ਰਵੇਟਰ ਫੋਰੈਸਟ ਹੈ। ਮੈਂ ਉਹਨਾਂ ਨੂੰ ਆਪਣੇ ਰਕਬੇ ਵਿੱਚ ਬੈਂਬੂ ਲਗਾਉਣ ਬਾਰੇ ਗਾਈਡੈਂਸ ਲੈਣ ਲਈ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਅਗਰ ਬੈਂਬੂ ਦੀ ਕੋਈ ਗਾਈਡੈਂਸ ਲੈਣੀ ਹੈ ਤਾਂ ਤੁਹਾਨੂੰ ਦਸੂਏ ਗੌਤਮ ਰਿਸ਼ੀ ਤੋਂ ਮਿਲਣੀ ਹੈ। ਤੇ ਫਿਰ ਮੈਂ ਇਸ ਗੱਲ ਤੇ ਇਤਵਾਰ ਨਹੀਂ ਕੀਤਾ ਤੇ ਉਹਨਾਂ ਨੂੰ ਮੈਂ ਦੁਬਾਰਾ ਪੀਏਯੂ ਨੂੰ ਫੋਨ ਕੀਤਾ, ਉੱਥੇ ਫੋਰੈਸਟਰੀ ਦੇ ਹੈਡ ਆਫ ਦੀ ਡਿਪਾਰਟਮੈਂਟ ਨੂੰ ਪੁੱਛਿਆ ਕਿ ਮੈਂ ਬੈਂਬੂ ਲਗਾਉਣਾ ਚਾਹੁੰਦਾ ਤੇ ਮੇਰੀ ਯੂਨੀਵਰਸਿਟੀ ਕੀ ਮਦਦ ਕਰ ਸਕਦੀ ਹੈ। ਤੇ ਯੂਨੀਵਰਸਿਟੀ ਤੋਂ ਵੀ ਇਹੋ ਜਵਾਬ ਮਿਲਿਆ ਕਿ ਬੈਂਬੂ ਦੇ ਉੱਤੇ ਅਗਰ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ ਤੇ ਪੰਜਾਬ 'ਚ ਸਿਰਫ ਇੱਕੋ ਹੀ ਬੰਦਾ ਹੈ ਗੌਤਮ ਰਿਸ਼ੀ ਜਿਹੜਾ ਕਿ ਇਹਦੀ ਸਹੀ ਜਾਣਕਾਰੀ ਦੇ ਸਕਦਾ ਹੈ। ਤਾਂ ਉਹ ਤੋਂ ਬਾਅਦ ਫਿਰ ਆਈਜੀ ਸਾਹਿਬ ਨੇ ਮਨ ਬਣਾ ਲਿਆ ਕਿ ਮੈਨੂੰ ਹੁਣ ਦਸੂਏ ਹੀ ਜਾਣਾ ਪੈਣਾ ਔਰ ਮੈਂ ਇਸ ਗੱਲ ਲਈ ਖੁਸ਼ਕਿਸਮਤ ਕਹਿ ਸਕਦਾ ਹਾਂ
कि वो आए मेरे को और फिर वो मेरे फार्म से गए। फिर उन्होंने मन बना लिया कि मैं अपने फार्म से बैम्बू ग्रो करना है और वो चाहते हैं कि जिस तरह का फॉरेस्ट मैं अपने फार्म से ग्रो किया हुआ वो भी अपने फर्श से बैम्बू ग्रो करना चाहते हैं। इसे उपराले च मैं सीएम साहब ਨੂੰ 4-5 चिट्ठियां लिख चुका ਹਾਂ कि बैम्बू पंजाब ਦੇ ਵਿੱਚ ਕਰੋੜਾਂ ਰੁਪਏ पैदा कर सकता है, ਲੱਖਾਂ ਨੌਕਰੀਆਂ पैदा कर सकता है, पर हल्ले तक उन्होंने चिट्ठियां का कोई रिप्लाई नहीं है, कोई कोई नतीजा कोई गल नहीं हो सकी। वो हल्ले कोई पॉजिटिव रिस्पांस नहीं है। एडमिनिस्ट्रेशन दे विच ही घूमी जांदियां पईयां और 1-2 चिट्ठियां मेरियां पीएयू चलियां गईयां। फिर मैं पीएयू ਨੂੰ ਸਿੱਧੀ चिट्ठी लिखती कि डीसी साहब ਨੂੰ, और मैं बड़ा हैरान है कि मैं जिस तरह उन्होंने अपनी चिट्ठी भेजी उस तरह उन्होंने जवाब आ गया कि ਅਸੀਂ ਤੁਹਾਡੀ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਨੇ ਇਹਨਾਂ ਨਾਲ ਸਹਿਮਤ ਨਹੀਂ ਆ ਔਰ ਤੁਸੀਂ ਬਹੁਤ ਵਧਾ ਚੜਾ ਕੇ ਗੱਲਾਂ ਲਿਖੀਆਂ ਹੋਈਆਂ ਵਿੱਚ। ਫਿਰ ਮੈਂ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਮੈਨੂੰ ਟਾਈਮ ਦਿਓ, ਮੈਂ ਤੁਹਾਡੇ ਨਾਲ ਮਿਲਣਾ ਚਾਹੁੰਦਾ ਹਾਂ। ਫਿਰ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਔਰ ਅਸੀਂ ਗਏ। ਫਿਰ ਉਹ ਕਨਵਿੰਸ ਹੋ ਗਏ ਕਿ ਤੁਸੀਂ ਠੀਕ ਕਹਿ ਰਹੇ ਹੋ ਤੇ ਉਹਨਾਂ ਨੇ ਆਪਣੇ ਹੈਡ ਆਫ ਦੀ ਡਿਪਾਰਟਮੈਂਟ ਦੀ ਡਿਊਟੀ ਲਾਈ ਕਿ ਤੁਸੀਂ ਜਾਓ ਔਰ ਮੌਕੇ ਤੇ ਸਾਰੀ ਇਨਫੋਰਮੇਸ਼ਨ ਨੂੰ ਕਲੈਕਟ ਕਰਕੇ ਤੇ ਰਿਪੋਰਟ ਸਬਮਿਟ ਕਰੋ। हाँ जी, एक होर मैं इस अपनी कोशिश दस दिन जानकारी तुहानूं देना चाहना है कि पंजाब एक फार्मर एंड फार्म लेबर कमीशन बनया है जी, और उस कमीशन के 10 मैंबर है। ऑफिस उन्होंने SS नगर चंडीगढ़ है, मोहाली है जी। एक लैटर मैं उन्होंने चेयरमैन को लिखता इसे मुतलका कि कंढी एरिया है, 10% एरिया पंजाब का है, वेस्ट पिया हुआ है, ਇੱਥੇ ਲੋਕਾਂ ਦੀ ਇਕਨੋਮਿਕ ਕੰਡੀਸ਼ਨ ਠੀਕ ਨਹੀਂ ਹੈ। ਇਹਦੇ ਉੱਤੇ ਕੋਈ ਬਹੁਤ ਵੱਡਾ ਉਪਰਾਲਾ ਸਰਕਾਰ ਇਸ ਲਈ ਨਹੀਂ ਕਰ ਸਕੇਗੀ ਜਿਹਦੇ ਕਰਕੇ ਇਹਦੀ ਕੰਡੀਸ਼ਨ ਬਦਲ ਜਾਏ। ਇਹਦੀ ਕੰਡੀਸ਼ਨ ਬਦਲੀ ਜਾ ਸਕਦੀ ਹੈ। ਉਹਨਾਂ ਨੇ ਵੀ ਉਹ ਚਿੱਠੀ ਜਿਹੜੀ ਹੈ ਉਹ ਪੀਏਯੂ ਨੂੰ ਭੇਜ ਦਿੱਤੀ ਕਿ ਤੁਸੀਂ ਇਸ ਚਿੱਠੀ ਇਹਦੇ ਵਿੱਚ ਜੋ ਕੁਝ ਲਿਖਿਆ ਹੈ ਇਹਦੇ ਬਾਰੇ ਸਾਨੂੰ ਕਨਫਰਮ ਕਰਕੇ ਦੱਸੋ। तो मेरे कहने का मतलब यह है कि सारियां कोशिशां हले तक कोई नतीजा नहीं पैदा कर सकी। कोशिशां निरंतर जारी है। हाँ जी, पर सार्थक कोई हाले पॉजिटिव रिस्पांस नहीं आ रहा। सर ਆਪਾਂ ਗੱਲ ਕਰੀਏ ਇੱਕ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਹੜੀ ਸੰਸਥਾ ਦੇ ਚੇਅਰਮੈਨ ਸੀ ਕੇ ਸੁਬਰਾਮਨੀਅਮ ਜੀ ਆਏ ਸੀ ਤੁਹਾਡੇ ਕੋਲ और काफी दिन रहे। वैसे तो अक्सर मैं दस दिया अपने श्रोतियां ਨੂੰ ਇਹਨਾਂ ਦੇ ਫਾਰਮ ਹਾਊਸ से जिस फार्म हाउस के बारे ਅਸੀਂ ਗੱਲ कर रहे हैं ਉੱਥੇ PCS IPS IAS ਅਧਿਕਾਰੀ ਬਹੁਤ ਸਮੇਂ ਤੇ ਉੱਥੇ ਅਕਸਰ ਇਹਨਾਂ ਦਾ ਫਾਰਮ ਹਾਊਸ ਦੇਖਣ ਜਾਂਦੇ ਆ ਤੇ ਨਾਲ ਦੀ ਨਾਲ ਇਹਨਾਂ ਜਿਹੜੀ ਹੁਣ ਅਸੀਂ ਗੱਲ ਕੀਤੀ ਆ ਉਹਦੇ ਬਾਰੇ ਦੱਸਣਗੇ ਵੀ ਇੱਕ ਦਿਨ ਦਾ ਟਾਈਮ ਲੈ ਕੇ 3 ਦਿਨ ਪੂਰੇ ਆਪਣੇ ਸਾਮ-ਦਾਮ ਦੇ ਨਾਲ ਇਹਨਾਂ ਕੋਲ ਰਹਿ ਕੇ ਗਏ ਸੀ। ਨਾ ਮੇਰੇ ਕੋਲ ਇੱਕ ਮੈਂਬਰ ਪਲਾਨਿੰਗ ਕਮਿਸ਼ਨ ਸੀ ਕਿ ਮਿਸਟਰ ਮਿਸ਼ਰਾ, ਮੈਨੂੰ ਨਾ ਤਾਂ ਪੂਰਾ ਨਾਮ ਤਾਂ ਭੁੱਲ ਗਿਆ, ਬੜੀ ਪੁਰਾਣੀ ਗੱਲ ਹੈ ਜੀ। ਉਦੋਂ ਟੈਲੀਫੋਨ ਨਹੀਂ ਹੁੰਦੇ ਸੀਗੇ, ਲੈਂਡਲਾਈਨ ਫੋਨ ਹੁੰਦਾ ਸੀਗਾ। ਉਹਨਾਂ ਦਾ ਮੈਨੂੰ ਚਿੱਠੀ ਆਇਆ ਕਿ ਮਿਸਟਰ ਰਿਸ਼ੀ ਤੁਸੀਂ ਕੋਈ ਆਪਣੇ ਫਾਰਮ ਤੇ ਵਹੀਕਲਾ ਕੰਮ ਕਰਦੇ ਪਏ ਹੋ, ਸਾਨੂੰ ਜਾਣਕਾਰੀ ਮਿਲੀ ਹੈ ਤੇ ਮੈਂ ਆਉਣਾ ਚਾਹੁੰਦਾ ਹਾਂ ਜੀ, ਤੇ ਮੈਨੂੰ ਦੱਸੋ ਮੈਂ ਕਿਸ ਦਿਨ ਆਵਾਂ। ਮੈਂ ਉਹਨਾਂ ਨੂੰ ਚਿੱਠੀ ਦਾ ਜਵਾਬ ਦਿੱਤਾ ਕਿ ਮੈਂ 24 ਘੰਟੇ ਅਵੇਲੇਬਲ ਹਾਂ ਤੇ ਤੁਸੀਂ ਆਪਣਾ ਪ੍ਰੋਗਰਾਮ ਬਣਾ ਕੇ ਆ ਜਾਓ ਮੇਰੇ ਕੋਲ ਤੇ ਜਿਸ ਦਿਨ ਤੁਸੀਂ वैसे तो अक्सर मैं दस दिया अपने श्रोतियां ਨੂੰ ਇਹਨਾਂ ਦੇ ਫਾਰਮ ਹਾਊਸ से जिस फार्म हाउस के बारे ਅਸੀਂ ਗੱਲ ਕਰ ਰਹੇ ਹਾਂ ਉੱਥੇ PCS IPS IAS ਅਧਿਕਾਰੀ ਬਹੁਤ ਸਮੇਂ ਤੇ ਉੱਥੇ ਅਕਸਰ ਇਹਨਾਂ ਦਾ ਫਾਰਮ ਹਾਊਸ ਦੇਖਣ ਜਾਂਦੇ ਆ ਤੇ ਨਾਲ ਦੀ ਨਾਲ ਇਹਨਾਂ ਜਿਹੜੀ ਹੁਣ ਅਸੀਂ ਗੱਲ ਕੀਤੀ ਆ ਉਹਦੇ ਬਾਰੇ ਦੱਸਣਗੇ ਵੀ ਇੱਕ ਦਿਨ ਦਾ ਟਾਈਮ ਲੈ ਕੇ 3 ਦਿਨ ਪੂਰੇ ਆਪਣੇ ਸਾਮ-ਦਾਮ ਦੇ ਨਾਲ ਇਹਨਾਂ ਕੋਲ ਰਹਿ ਕੇ ਗਏ ਸੀ। ਨਾ ਮੇਰੇ ਕੋਲ ਇੱਕ ਮੈਂਬਰ ਪਲਾਨਿੰਗ ਕਮਿਸ਼ਨ ਸੀ ਕਿ ਮਿਸਟਰ ਮਿਸ਼ਰਾ, ਮੈਨੂੰ ਨਾ ਤਾਂ ਪੂਰਾ ਨਾਮ ਤਾਂ ਭੁੱਲ ਗਿਆ, ਬੜੀ ਪੁਰਾਣੀ ਗੱਲ ਹੈ ਜੀ। ਉਦੋਂ ਟੈਲੀਫੋਨ ਨਹੀਂ ਹੁੰਦੇ ਸੀਗੇ, ਲੈਂਡਲਾਈਨ ਫੋਨ ਹੁੰਦਾ ਸੀਗਾ। ਉਹਨਾਂ ਦਾ ਮੈਨੂੰ ਚਿੱਠੀ ਆਇਆ ਕਿ ਮਿਸਟਰ ਰਿਸ਼ੀ ਤੁਸੀਂ ਕੋਈ ਆਪਣੇ ਫਾਰਮ ਤੇ ਵਹੀਕਲਾ ਕੰਮ ਕਰਦੇ ਪਏ ਹੋ, ਸਾਨੂੰ ਜਾਣਕਾਰੀ ਮਿਲੀ ਹੈ ਤੇ ਮੈਂ ਆਉਣਾ ਚਾਹੁੰਦਾ ਹਾਂ ਜੀ ਤੇ ਮੈਨੂੰ ਦੱਸੋ ਮੈਂ ਕਿਸ ਦਿਨ ਆਵਾਂ। ਮੈਂ ਉਹਨਾਂ ਨੂੰ ਚਿੱਠੀ ਦਾ ਜਵਾਬ ਦਿੱਤਾ ਕਿ ਮੈਂ 24 ਘੰਟੇ ਅਵੇਲੇਬਲ ਹਾਂ ਤੇ ਤੁਸੀਂ ਆਪਣਾ ਪ੍ਰੋਗਰਾਮ ਬਣਾ ਕੇ ਆ ਜਾਓ ਮੇਰੇ ਕੋਲ ਤੇ ਜਿਸ ਦਿਨ ਤੁਸੀਂ ਆਓਗੇ ਮੈਂ ਅਵੇਲੇਬਲ ਹੋਵਾਂਗਾ। ਉਹ ਖੈਰ ਉਹਨਾਂ ਦੀ ਚਿੱਠੀ ਆ ਗਈ ਕਿ ਅਸੀਂ ਇੱਕ ਦਿਨ ਲਈ ਆ ਰਹੇ ਹਾਂ, ਪਰ ਉਹ 3 ਦਿਨ ਮੇਰੇ ਕੋਲ ਰਹੇ और इतना इंप्रेस होके गए कि अखीर च जान लगे उन्होंने कहा, अज भी मैनू उन्होंने शब्द अच्छी तरह याद है कि ऋषि मैं ये कर नहीं सकता पर मेरी इच्छा ये है कि तेन मैंबर प्लानिंग कमीशन भी बना दिता जाए। तो वो जो उन्होंने वैल्यूएबल कमेंट्स हैं वो अज भी मेरे लिए बहुत कीमती अमूल्य शब्द है, क्योंकि हिंदुस्तान के प्लानिंग कमीशन का मैंबर होके आना ये अपने आप की एक बहुत ਵੱਡਾ ਮਤਲਬ ਅਸੀਂ ਨੂੰ ਕਹਿ ਸਕਦੇ ਹਾਂ। ਇੱਕ ਸਰ ਤੁਹਾਡਾ ਉਹ ਰਿਕਮੈਂਡ ਕਰਕੇ ਗਿਆ ਸੀ ਜਿਹੜਾ ਅਵਾਰਡ ਹੁੰਦਾ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਅਵਾਰਡ, ਉਹ ਕਿਹਨਾਂ ਨੇ ਰਿਕਮੈਂਡ ਕੀਤਾ ਸੀ ਔਰ 2 ਸਾਲ ਬਾਅਦ ਮਿਲਦਾ, ਉਹ ਕਿਸ ਤਰ੍ਹਾਂ ਉਹ ਅਵਾਰਡ ਤੋਂ ਨਿਕਲੀ? ਇਸ ਤਰ੍ਹਾਂ ਹੈ ਕਿ 1998 ਚ ਮੇਰਾ ਨਾਮ
ਦੇਸ਼ ਦੇ ਹਾਈਐਸਟ ਫੋਰੈਸਟਰੀ ਅਵਾਰਡ ਲਈ ਜੀ ਇੰਦਰਾ ਗਾਂਧੀ ਪ੍ਰਿਯਦਰਸ਼ਨੀ ਬ੍ਰਿਕਸ਼ ਮਿੱਤਰਾ ਅਵਾਰਡ ਹੈ ਉਹਦਾ ਨਾਮ ਜੀ ਉਹਦੇ ਲਈ ਚਲਾ ਗਿਆ ਸੀਗਾ। ਮੈਂ ਸ਼ਾਰਟ ਲਿਸਟ ਵੀ ਹੋ ਗਿਆ ਸੀਗਾ, ਪਰ ਚਾਂਸ ਦੀ ਗੱਲ ਹੈ, ਚਲੋ ਨਹੀਂ ਮਿਲ ਸਕਿਆ ਮੈਨੂੰ ਇੰਨਾ ਹੀ ਖੁਸ਼ੀ ਹੈ ਕਿ ਮੈਂ ਹਿੰਦੁਸਤਾਨ ਦੀ ਉਸ ਲਿਸਟ 'ਚ ਸ਼ਾਮਲ ਹੋ ਗਿਆ, ਬਲਕਿ ਮੈਂ 1 ਨੰਬਰ ਤੇ ਆ ਗਿਆ ਸੀ। ਜਿਹੜੇ 10 ਮੈਂਬਰ ਆਏ ਸੀ ਹਿੰਦੁਸਤਾਨ ਦੇ ਵਿੱਚ, ਉਹਨਾਂ ਦੇ ਵਿੱਚ ਹਾਂਜੀ, ਤੁਸੀਂ ਉਸ ਨੂੰ ਰਿਕਮੈਂਡ ਕਰਨ ਲਈ ਗਵਰਨਮੈਂਟ ਆਫ ਇੰਡੀਆ ਨੇ ਚੀਫ ਸੈਕਟਰੀ ਪੰਜਾਬ ਨੂੰ ਲਿਖਿਆ ਕਿ ਇਹਦੀਆਂ ਜਿੰਨੀਆਂ ਰਿਕਮੈਂਡੇਸ਼ਨਸ ਹੈਗੀਆਂ ਇਹ ਤੁਸੀਂ ਥੱਲਿਓਂ ਇਨਫੋਰਮੇਸ਼ਨ ਨਹੀਂ ਲਓਗੇ, ਤੁਸੀਂ ਆਪ ਫਿਜ਼ੀਕਲੀ ਜਾ ਕੇ ਆਪਣੀ ਪਰਸਨਲ ਰਿਕਮੈਂਡੇਸ਼ਨਸ ਭੇਜੋਗੇ। ਔਰ ਮੈਂ ਬੜਾ ਉਹਨਾਂ ਦਾ ਧੰਨਵਾਦੀ ਹਾਂ ਕਿ ਉਹ ਆਏ ਚੀਫ ਸੈਕਟਰੀ ਮੇਰੇ ਫਾਰਮ ਤੇ। ਉਹਨਾਂ ਨੇ ਇੱਕ PAU ਤੋਂ ਟੀਮ ਲੈ ਲਈ, ਇੱਕ ਫੋਰੈਸਟ ਡਿਪਾਰਟਮੈਂਟ ਤੋਂ ਲੈ ਲਈ, ਇੱਕ ਸੋਇਲ ਕੰਜ਼ਰਵੇਸ਼ਨ ਤੋਂ ਲੈ ਲਈ, ਔਰ ਫਿਰ ਉਹਨਾਂ ਨੇ ਜਿਹੜੀ ਰਿਪੋਰਟ ਬਣਾ ਕੇ ਭੇਜੀ, ਉਹਦੀ ਰਿਪੋਰਟ ਦੇ ਬਿਨਾਂ ਤੇ ਹੀ ਮੈਂ 1 ਨੰਬਰ ਤੇ ਆਇਆ। ਔਰ ਇੱਕ ਵਾਰ ਹੋਰ ਉਹਨਾਂ ਨੇ ਉਹ ਫਿਰ ਸ਼ਾਇਦ ਕੋਈ ਟ੍ਰੇਨਿੰਗ, ਮਹਾਤਮਾ ਗਾਂਧੀ ਟ੍ਰੇਨਿੰਗ ਇੰਸਟੀਚਿਊਟ ਹੈ ਪੰਜਾਬ 'ਚ ਜੀ, ਉੱਥੇ ਸਿਰਫ IPS ਜਾਂ IAS ਜਾਂ IFS ਹੀ ਟ੍ਰੇਨਿੰਗ ਲਈ ਜਾਂਦੇ ਆ ਜੀ। ਇੱਕ ਵਾਰ 18 ਪ੍ਰਿੰਸੀਪਲ ਚੀਫ ਕੰਜ਼ਰਵੇਟਰ ਆਫ 1 ਹਫ਼ਤੇ ਦੀ ਟ੍ਰੇਨਿੰਗ ਲਈ ਆਏ ਜੀ ਤੇ ਉਹਨਾਂ ਦੀ ਜਿਹੜੀ ਪਰਸਨਲ ਵਿਜ਼ਿਟ ਸੀਗੀ ਉਹ ਮੇਰੇ ਫਾਰਮ ਤੇ ਕਰਵਾਈ ਉਹਨਾਂ ਨੇ। ਇੱਕ ਲਾਸਟ ਟਾਈਮ ਗੈਸਟ ਜਿਹੜੇ ਆਏ ਸੀ ਤੁਹਾਡੇ ਕੋਲ ਲਾਸਟ ਟਾਈਮ, ਉਹ ਕਿੱਥੋਂ ਆਏ ਸੀ ਗੈਸਟ ਜਿਹੜੇ ਆ ਲਾਸਟ ਟਾਈਮ? ਆ ਜਿਹੜੇ ਵਿਦੇਸ਼ੀ ਜਿਹੜੇ ਗੱਲ ਹੋਈ ਸੀ ਆਪਣੇ ਵਿਦੇਸ਼ ਤੋਂ ਆਏ ਜਿਹੜੇ ਆ ਜਿਹੜੇ 3-4 ਦਿਨ ਹੋਏ ਗੈਸਟ ਆਏ ਸੀ, ਉਹ ਕਿਸ ਤਰ੍ਹਾਂ ਆ ਕੇ ਗਏ ਜਿਹੜੇ? ਆ ਜਿਹੜਾ ਹੁਣ ਤੁਸੀਂ ਦੱਸਿਆ ਸੀ ਕਿ ਗੈਸਟ ਬਾਹਰੋਂ ਆਏ ਵਿਦੇਸ਼ ਤੋਂ, ਤੇ ਵਿੱਚ ਰਹਿ ਕੇ ਗਏ ਤੁਹਾਡੇ ਫਾਰਮ ਹਾਊਸ ਤੇ ਕਾਫੀ? ਨਹੀਂ, ਉਹ ਹੁਣੇ ਹੀ ਥੋੜੀ ਦੇਰ ਹੋਈ ਹੈ ਤੇ ਨੌਣੀ ਫੋਰੈਸਟਰੀ ਐਂਡ ਐਗਰੀਕਲਚਰ ਯੂਨੀਵਰਸਿਟੀ ਹੈ ਜੀ, ਇਹਨਾਂ ਦੀ ਇੱਕ ਬੱਚਿਆਂ ਦੀ ਟੀਮ ਆਈ ਸੀ, 60 ਬੱਚੇ ਆਏ ਸੀਗੇ। ਅੱਛਾ। ਔਰ ਉਹਨਾਂ ਦੀ ਫੈਕਲਟੀ ਦੇ ਪ੍ਰੋਫੈਸਰ ਵੀ ਸੀ, ਉਹ ਵੀ ਮੇਰਾ ਸਾਰਾ ਫਾਰਮ ਹੁਣ ਦੇਖ ਕੇ ਗਏ ਹੈ। ਸਰ ਕਿੰਨੇ ਏਕੜ ਦਾ ਫਾਰਮ ਹਾਊਸ ਤੁਹਾਡਾ? ਦੇਖੋ ਮੇਰੇ ਕੋਲ 354 ਏਕੜ ਸੀਗੀ, ਜਿਹਦੇ ਚੋਂ ਅਸੀਂ 2 ਭਰਾਵਾਂ ਤੇ ਉਹ ਵੰਡੀ ਗਈ, ਉਹ ਮੇਰੇ ਕੋਲ 154 ਰਹਿ ਗਈ, ਮੇਰੇ ਛੋਟੇ ਭਰਾ ਨੂੰ 200 ਕਨਾਲ ਦੇ ਦਿੱਤੀ। ਅੱਛਾ, तो 154 ਕਨਾਲ ਚ ਵੀ ਅੱਜ ਦੇ ਦਿਨ ਹਿੱਲੀ ਏਰੀਏ ਚ ਮੈਂ ਐਸਾ 25 ਲੱਖ ਰੁਪਈਆ ਤਾਂ ਮੈਂ ਪੈਦਾ ਕਰਤਾ 1 ਸਾਲ ਚ ਜੀ, ਪਰ ਮੈਂ ਇਸ ਕੌਨਫੀਡੈਂਸ ਯਕੀਨ ਚ ਹਾਂ ਕਿ ਅਗਰ ਉੱਥੇ ਸਹੀ ਤਰੀਕੇ ਨਾਲ ਮੈਨੂੰ ਬੈਂਬੂ ਦੀ ਸਪੀਸ਼ੀਜ਼ ਮਿਲ ਜਾਂਦੀਆਂ, ਬੈਂਬੂ ਦੇ ਉੱਤੇ ਮੈਨੂੰ ਗਾਈਡੈਂਸ ਮਿਲ ਜਾਂਦੀ ਔਰ ਉਹਨੂੰ ਕਿਸ ਤਰੀਕੇ ਨਾਲ ਮੈਕਸਿਮਮ ਐਫੀਸ਼ੀਐਂਸੀ ਤੇ ਲੈ ਕੇ ਜਾਣਾ ਹੈ, ਤੇ ਮੈਂ ਯਕੀਨ ਨਾਲ ਕਹਿ ਸਕਦਾ ਕਿ 1 ਏਕੜ ਵਿੱਚ 4 ਲੱਖ ਰੁਪਈਆ ਪੈਦਾ ਕੀਤਾ ਜਾ ਸਕਦਾ ਹੈ। ਔਰ ਪੰਜਾਬ ਦੀ ਕਿਸੇ ਵੀ ਕਰੌਪ ਚੋਂ ਜੀ, ਕਿਸੇ ਵੀ ਧਰਤੀ ਤੇ ਪੰਜਾਬ ਦੀ 4 ਲੱਖ ਰੁਪਈਆ 1 ਏਕੜ 'ਚ ਨਹੀਂ ਪੈਦਾ ਕੀਤਾ ਜਾ ਸਕਦਾ। ਸਰ ਇਸ ਕੰਮ ਲਈ ਆਪਣੇ ਫਾਰਮ ਹਾਊਸ ਤੁਸੀਂ ਹੋਰ ਵੀ ਕਿਸੇ ਦਾ ਸਹਿਯੋਗ ਲੈਂਦੇ ਹੋ ਜਾਂ ਤੁਹਾਡੇ ਨਾਲ ਹੋਰ ਸਹਿਯੋਗੀ ਹੁੰਦੇ ਆ ਜਾਂ ਕਿਸ ਤਰ੍ਹਾਂ ਤੁਸੀਂ ਉਹਨੂੰ? ਨਹੀਂ, ਜਿਹੜਾ ਤਾਂ ਮੇਰਾ ਫਾਰਮ ਹੈ ਉਹਦੇ ਤੇ ਖੈਰ ਮੈਂ ਲੱਗਾ ਜੀ, ਜਿਹੜਾ ਹੁਣ ਰਾਮਪੁਰ ਪ੍ਰੋਜੈਕਟ ਮੈਂ ਸ਼ੁਰੂ ਕੀਤਾ ਹੋਇਆ ਹੈ ਜਿਹਦੇ 'ਚ ਅਸੀਂ ਕਹਿ ਰਹੇ ਹਾਂ ਕਿ ਅਸੀਂ ਉਸ ਪਿੰਡ ਨੂੰ 1 ਕਰੋੜ ਰੁਪਈਆ 1 ਸਾਲ ਦੀ ਇਨਕਮ ਤੇ ਦੇ ਕੇ ਜਾਣਾ ਜੀ, ਤੇ ਅਸੀਂ 4 ਬੰਦਿਆਂ ਨੇ ਰਲ ਕੇ ਸ਼ੁਰੂ ਕੀਤਾ ਸੀ ਜੀ, ਪਰ ਹੁਣ ਤੇ ਮੈਂ ਇਕੱਲਾ ਹੀ ਰਹਿ ਗਿਆ ਤੇ ਉਸ ਪ੍ਰੋਜੈਕਟ ਨੂੰ ਵੀ ਚਲਦੇ ਨੂੰ 2 ਸਾਲ ਹੋ ਚੱਲੇ ਆ। 3 ਸਾਲ ਜਾਂ 4 ਸਾਲ ਤੋਂ ਬਾਅਦ ਮੈਂ ਉਮੀਦ ਕਰਦਾ ਹਾਂ ਕਿ ਮੈਂ ਉਹਨੂੰ 1 ਕਰੋੜ ਰੁਪਇਆ 1 ਸਾਲ ਦੀ ਇਨਕਮ ਤੇ ਦੇ ਦਾਂਗਾ। ਸਰ ਜਿਹੜਾ ਪਿਛਲੇ ਇੰਨੇ ਸਾਲਾਂ ਤੋਂ ਜਿਹੜੀ ਅਸੀਂ ਗੁਫ਼ਤਗੂ ਕੀਤੀ ਹੈ ਇਸ ਬੈਂਬੂ ਦੀ ਖੇਤੀ ਨੂੰ ਲੈ ਕੇ, ਤੁਸੀਂ ਅੱਜ ਤੱਕ ਜਿਹੜੇ ਆਪਣੇ ਕੰਮ ਕੀਤੇ ਆ ਅੱਜ ਤੱਕ ਸਰਕਾਰਾਂ ਵੱਲੋਂ, ਚਾਹੇ ਸੈਂਟਰ ਸਰਕਾਰ ਚਾਹੇ ਭਾਰਤ ਸਰਕਾਰ ਪੰਜਾਬ ਸਰਕਾਰ, ਇਹਦੇ ਵੱਲੋਂ ਤੁਹਾਨੂੰ ਕੋਈ ਅਵਾਰਡ ਜਾਂ ਤੁਹਾਨੂੰ ਲੱਗਦਾ ਵੀ ਜਿਹੜੀ ਤੁਹਾਨੂੰ ਨੀਡ ਹੈਗੀ ਆ ਨੈਸੈਸਿਟੀ ਹੈਗੀ ਉਹ ਪੂਰੀ ਕੀਤੀ ਗਈ ਜਾਂ ਤੁਹਾਨੂੰ ਲੱਗਦਾ ਇਨ ਫਿਊਚਰ ਹੋ ਸਕਦੀ ਹੈ ਪੋਸੀਬਲ? ਮੇਰੇ ਕੋਲ ਜਦੋਂ IG ਸਾਹਿਬ ਆਏ ਇੱਥੇ ਫਾਰਮ ਦੇਖਣ ਜੀ, ਜਿਹੜਾ ਪਹਿਲਾ ਸਵਾਲ ਸੀ ਉਹਨਾਂ ਦਾ ਜੀ, ਉਹ ਇਹ ਹੀ ਸੀਗਾ ਕਿ ਮੈਨੂੰ ਕਹਿਣਗੇ ਰਿਸ਼ੀ ਤੈਨੂੰ ਅੱਜ ਤੱਕ ਕੋਈ ਅਵਾਰਡ ਮਿਲਿਆ ਕਿ ਨਹੀਂ? ਜੀ, ਮੈਂ ਕਿਹਾ ਜੀ ਮੈਨੂੰ ਉਹਦਾ ਜਿਹਨੂੰ ਤੁਸੀਂ ਅਵਾਰਡ ਕਹਿੰਦੇ ਉਹ ਤਾਂ ਨਹੀਂ ਮਿਲਿਆ, ਪਰ ਵੈਸੇ ਮੈਨੂੰ ਅਵਾਰਡ ਮਿਲਿਆ ਹੋਇਆ। ਮੈਂ ਜਿੱਥੇ ਪਹੁੰਚ ਗਿਆ ਉਹ ਸਿਰਫ ਇਹ ਵੀ ਆਪਣੇ ਆਪ 'ਚ ਇੱਕ ਅਵਾਰਡ ਇੱਕ ਅਵਾਰਡ ਜਿਹੜੇ ਤੁਹਾਡੇ ਗੈਸਟ ਹੁੰਦੇ ਆ ਸ਼ਬਦਾਂ ਰੂਪੀ ਜਿਹੜਾ ਅਵਾਰਡ ਉਹ ਤੁਹਾਨੂੰ ਬਹੁਤ ਵਾਰ ਹਾਂਜੀ, ਮਿਲ ਚੁੱਕਾ ਆ, ਪਰ ਐਕਚੁਅਲ 'ਚ ਜਿਹੜਾ ਅਵਾਰਡ ਮਿਲਣਾ ਉਹ ਨਹੀਂ ਮਿਲਿਆ ਹਾਲੇ। ਅਸੀਂ ਉਸ ਲਾਈਨ ਦੇ ਵਿੱਚ ਆਏ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ, ਕਿਉਂਕਿ ਤੁਸੀਂ ਡਿਜ਼ਰਵ ਕਰਦੇ ਹੋ, ਤੁਸੀਂ ਆਪਣੇ ਇਸ ਪ੍ਰੋਫੈਸ਼ਨ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਕਰ ਰਹੇ ਹੋ। ਰਿਸ਼ੀ ਸਾਹਿਬ ਜਿਹੜੇ ਸਾਡੇ ਹੋਰ ਫਾਰਮਰ ਆ ਉਹ ਤੁਹਾਡੇ ਇਸ ਖੇਤੀ ਬੈਂਬੂ ਦੀ ਜਾਂ ਕਿਸੇ ਤਰ੍ਹਾਂ ਦੇ ਹੋਰ ਪ੍ਰੋਜੈਕਟ ਨੂੰ ਅਡਾਪਟ ਕਰਨਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਕੀ ਕਰਨਾ ਚਾਹੁੰਦੇ? ਦੇਖੋ ਸਾਰੇ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਅੱਜ ਵੀ ਮੇਰਾ ਪਿੰਡ ਜਿਹੜਾ ਜਿੱਥੇ ਮੇਰਾ ਫਾਰਮ ਹੈ ਹਰਦੋ ਨੇਕਨਾਮਾ ਜੀ, ਮੇਰਾ ਪ੍ਰੋਜੈਕਟ ਰਾਮਪੁਰ ਹਲੇੜ 'ਚ ਹੈ ਜੀ, ਮੇਰਾ ਫਾਰਮ ਹਰਦੋ ਨੇਕਨਾਮਾ ਤੇ ਨਾਲ ਪਿੰਡ ਹੈ ਜੀ। ਹਰਦੋ ਨੇਕਨਾਮਾ ਵਿੱਚ ਪੰਜਾਬ ਦੇ ਅੰਦਰ ਹਰਦੋ ਨੇਕਨਾਮਾ ਇਸ ਲਈ ਸਭ ਤੋਂ ਜ਼ਿਆਦਾ ਬੈਂਬੂ ਪੈਦਾ ਕਰਦਾ ਪਿਆ, ਇਸ ਕਰਕੇ ਕਿ ਫਾਰਮਰਸ ਨੇ
ਬੈਂਬੂ ਨੂੰ ਦੇਖ ਲਿਆ ਜੀ। ਪੰਜਾਬ ਗਵਰਨਮੈਂਟ ਅਗਰ ਇੱਕ ਕੰਮ ਕਰ ਦਵੇ ਜਿਹੜਾ ਕਿ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਬੈਂਬੂ ਨੂੰ ਕੱਟਣ ਲਈ ਜੀ ਸਾਨੂੰ ਸਰਕਾਰ ਤੋਂ ਪਰਮਿਟ ਲੈਣਾ। ਨਾਲ ਹੋਰ ਸਹਿਯੋਗੀ ਹੁੰਦੇ ਆ ਜਾਂ ਕਿਸ ਤਰ੍ਹਾਂ ਤੁਸੀਂ ਉਹਨੂੰ ਨਹੀਂ, ਜਿਹੜਾ ਤਾਂ ਮੇਰਾ ਫਾਰਮ ਹੈ ਉਹਦੇ ਤੇ ਖੈਰ ਮੈਂ ਲੱਗਾ ਹੈ ਜੀ। ਜਿਹੜਾ ਹੁਣ ਰਾਮਪੁਰ ਪ੍ਰੋਜੈਕਟ ਮੈਂ ਸ਼ੁਰੂ ਕੀਤਾ ਹੋਇਆ ਹੈ, ਜਿਹਦੇ 'ਚ ਅਸੀਂ ਕਹਿ ਰਹੇ ਹਾਂ ਕਿ ਅਸੀਂ ਉਸ ਪਿੰਡ ਨੂੰ 1 ਕਰੋੜ ਰੁਪਈਆ 1 ਸਾਲ ਦੀ ਇਨਕਮ ਤੇ ਦੇ ਕੇ ਜਾਣਾ ਜੀ, ਤੇ ਅਸੀਂ 4 ਬੰਦਿਆਂ ਨੇ ਰਲ ਕੇ ਸ਼ੁਰੂ ਕੀਤਾ ਸੀ ਜੀ। ਪਰ ਹੁਣ ਤੇ ਮੈਂ ਇਕੱਲਾ ਹੀ ਰਹਿ ਗਿਆ ਤੇ ਉਸ ਪ੍ਰੋਜੈਕਟ ਨੂੰ ਵੀ ਚੱਲਦੇ ਨੂੰ 2 ਸਾਲ ਹੋ ਚੱਲੇ ਆ। 3 ਸਾਲ ਜਾਂ 4 ਸਾਲ ਤੋਂ ਬਾਅਦ ਮੈਂ ਉਮੀਦ ਕਰਦਾ ਹਾਂ ਕਿ ਮੈਂ ਉਹਨੂੰ 1 ਕਰੋੜ ਰੁਪਇਆ 1 ਸਾਲ ਦੀ ਇਨਕਮ ਤੇ ਦੇ ਦਾਂਗਾ ਪੰਜਾਬ। ਸਰ, ਜਿਹੜਾ ਪਿਛਲੇ ਇੰਨੇ ਸਾਲਾਂ ਤੋਂ ਜਿਹੜੀ ਅਸੀਂ ਗੁਫ਼ਤਗੂ ਕੀਤੀ ਹੈ ਇਸ ਬੈਂਬੂ ਦੀ ਖੇਤੀ ਨੂੰ ਲੈ ਕੇ, ਤੁਸੀਂ ਅੱਜ ਤੱਕ ਜਿਹੜੇ ਆਪਣੇ ਕੰਮ ਕੀਤੇ ਅੱਜ ਤੱਕ ਸਰਕਾਰਾਂ ਵੱਲੋਂ, ਚਾਹੇ ਸੈਂਟਰ ਸਰਕਾਰ ਚਾਹੇ ਭਾਰਤ ਸਰਕਾਰ ਪੰਜਾਬ ਸਰਕਾਰ, ਇਹਦੇ ਵੱਲੋਂ ਤੁਹਾਨੂੰ ਕੋਈ ਅਵਾਰਡ ਜਾਂ ਤੁਹਾਨੂੰ ਲੱਗਦਾ ਵੀ ਜਿਹੜੀ ਤੁਹਾਨੂੰ ਨੀਡ ਹੈਗੀ ਆ, ਨੈਸੈਸਿਟੀ ਹੈਗੀ ਉਹ ਪੂਰੀ ਕੀਤੀ ਗਈ, ਜਾਂ ਤੁਹਾਨੂੰ ਲੱਗਦਾ ਇਨ ਫਿਊਚਰ ਹੋ ਸਕਦੀ ਹੈ ਪੋਸੀਬਲ? ਮੇਰੇ ਕੋਲ ਜਦੋਂ IG ਸਾਹਿਬ ਆਏ ਇੱਥੇ ਫਾਰਮ ਦੇਖਣ ਜੀ, ਜਿਹੜਾ ਪਹਿਲਾ ਸਵਾਲ ਸੀ ਉਹਨਾਂ ਦਾ ਜੀ, ਉਹ ਇਹ ਹੀ ਸੀਗਾ ਕਿ ਮੈਨੂੰ ਕਹਿਣਗੇ ਰਿਸ਼ੀ ਤੈਨੂੰ ਅੱਜ ਤੱਕ ਕੋਈ ਅਵਾਰਡ ਮਿਲਿਆ ਕਿ ਨਹੀਂ? ਜੀ। ਮੈਂ ਕਿਹਾ ਜੀ ਮੈਨੂੰ ਉਹਦਾ ਜਿਹਨੂੰ ਤੁਸੀਂ ਅਵਾਰਡ ਕਹਿੰਦੇ ਉਹ ਤਾਂ ਨਹੀਂ ਮਿਲਿਆ, ਪਰ ਵੈਸੇ ਮੈਨੂੰ ਅਵਾਰਡ ਮਿਲਿਆ ਹੋਇਆ। ਮੈਂ ਜਿੱਥੇ ਪਹੁੰਚ ਗਿਆ ਉਹ ਸਿਰਫ ਇਹ ਵੀ ਆਪਣੇ ਆਪ 'ਚ ਇੱਕ ਅਵਾਰਡ, ਇੱਕ ਅਵਾਰਡ ਜਿਹੜੇ ਤੁਹਾਡੇ ਗੈਸਟ ਹੁੰਦੇ ਆ ਸ਼ਬਦਾਂ ਰੂਪੀ ਜਿਹੜਾ ਅਵਾਰਡ ਆ ਉਹ ਤੁਹਾਨੂੰ ਬਹੁਤ ਵਾਰ ਮਿਲ ਚੁੱਕਾ ਆ, ਪਰ ਐਕਚੁਅਲ 'ਚ ਜਿਹੜਾ ਅਵਾਰਡ ਮਿਲਣਾ ਉਹ ਨਹੀਂ ਮਿਲਿਆ ਹਾਲੇ। ਅਸੀਂ ਉਸ ਲਾਈਨ ਦੇ ਵਿੱਚ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ, ਕਿਉਂਕਿ ਤੁਸੀਂ ਡਿਜ਼ਰਵ ਕਰਦੇ ਹੋ, ਤੁਸੀਂ ਆਪਣੇ ਇਸ ਪ੍ਰੋਫੈਸ਼ਨ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਕਰਦੇ ਹੋ। ਰਿਸ਼ੀ ਸਾਹਿਬ, ਜਿਹੜੇ ਸਾਡੇ ਹੋਰ ਫਾਰਮਰ ਆ ਉਹ ਤੁਹਾਡੇ ਇਸ ਖੇਤੀ ਬੈਂਬੂ ਦੀ ਜਾਂ ਕਿਸੇ ਤਰ੍ਹਾਂ ਦੇ ਹੋਰ ਪ੍ਰੋਜੈਕਟ ਨੂੰ ਅਡਾਪਟ ਕਰਨਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਕੀ ਕਰਨਾ ਚਾਹੁੰਦੇ? ਦੇਖੋ, ਸਾਰੇ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਅੱਜ ਵੀ ਮੇਰਾ ਪਿੰਡ ਜਿਹੜਾ ਜਿੱਥੇ ਮੇਰਾ ਫਾਰਮ ਹੈ ਹਰਦੋਨੇਕਨਾਮਾ ਜੀ, ਮੇਰਾ ਮੇਰਾ ਪ੍ਰੋਜੈਕਟ ਰਾਮਪੁਰ ਹਲੇੜ 'ਚ ਹੈ ਜੀ, ਮੇਰਾ ਫਾਰਮ ਹਰਦੋਨੇਕਨਾਮਾ ਤੇ ਨਾਲ ਪਿੰਡ ਹੈ ਜੀ। ਹਰਦੋਨੇਕਨਾਮਾ ਵਿੱਚ ਪੰਜਾਬ ਦੇ ਅੰਦਰ ਹਰਦੋਨੇਕਨਾਮਾ ਇਸ ਲਈ ਸਭ ਤੋਂ ਜ਼ਿਆਦਾ ਬੈਂਬੂ ਪੈਦਾ ਕਰਦਾ ਪਿਆ, ਇਸ ਕਰਕੇ ਕਿ ਫਾਰਮਰਸ ਨੇ ਬੈਂਬੂ ਨੂੰ ਦੇਖ ਲਿਆ ਜੀ। ਪੰਜਾਬ ਗਵਰਨਮੈਂਟ ਅਗਰ ਇੱਕ ਕੰਮ ਕਰ ਦਵੇ ਜਿਹੜਾ ਕਿ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਬੈਂਬੂ ਨੂੰ ਕੱਟਣ ਲਈ ਜੀ ਸਾਨੂੰ ਸਰਕਾਰ ਤੋਂ ਪਰਮਿਟ ਲੈਣਾ ਪੈਂਦਾ, ਔਰ ਪਰਮਿਟ ਲੈਣਾ ਇੰਨਾ ਔਖਾ ਇੱਕ ਹੈਗਾ ਤਰੀਕਾ, ਔਰ ਉਹ ਇੰਨਾ ਕਾਸਟਲੀ ਹੈ, ਮਹਿੰਗਾ ਪੈਂਦਾ ਹੈ ਪਰਮਿਟ ਲੈਣਾ, ਕਿ ਉਸ ਝਮੇਲੇ ਤੋਂ ਬਚਣ ਲਈ ਲੋਕ ਬਾਂਸ ਉਗਾਉਂਦੇ ਹੀ ਨਹੀਂ। ਔਰ ਜਿਹੜੇ ਬਾਂਸਾਂ ਦੇ ਬੂਟੇ ਉੱਗੇ ਹੋਏ ਨੇ ਉਹ ਕ੍ਰੌਪ ਨਹੀਂ ਦੇ ਰਹੇ, ਉਹ ਬੇਕਾਰ ਜਾ ਰਹੇ ਹੈ। ਔਰ ਅਖੀਰ ਬਾਂਸ ਆਪਣੀ ਲਾਈਫ ਇੱਕ ਵਾਰੀ ਸੀਟ ਲੈਂਦਾ ਔਰ ਉਹ ਸੀਟ ਤੇ ਆ ਜਾਂਦੇ ਆ ਔਰ ਖਤਮ ਹੋ ਜਾਂਦੇ। ਪਰ ਤੁਹਾਡਾ ਕਹਿਣ ਦਾ ਮਤਲਬ ਕਿ ਸਰਕਾਰ ਨੂੰ, ਤੁਹਾਡੇ ਸ਼ਬਦਾਂ ਨਾਲ ਇਹ ਹੈ ਕਿ ਸਰਕਾਰ ਜਿਹੜੀਆਂ ਟਰਮਸ ਜਾਂ ਕੰਡੀਸ਼ਨ ਆ ਉਹ ਲਾਇਸੈਂਸ ਲੈਣ ਲਈ ਜਾਂ ਅਥਾਰਟੀ ਲੈਣ ਲਈ ਜਾਂ ਆਗਿਆ ਲੈਣ ਲਈ ਉਹਨੂੰ ਬਿਲਕੁਲ ਈਜ਼ੀ ਕੀਤਾ ਜਾਵੇ, ਤਾਂ ਕਿ ਬਹੁਤ ਸਾਰੇ ਕਿਸਾਨ ਜਿਹੜੇ ਫਾਈਨਾਂਸ਼ਲੀ ਈਜ਼ੀ ਨਹੀਂ ਹੈ ਕਿ ਨਾ ਕਰ ਸਕਦੇ ਉਹਨਾਂ ਨੂੰ ਮਿਲ ਸਕੇ, ਜਿਹਦੇ ਨਾਲ ਫਿਰ ਬੈਂਬੂ ਦੀ ਖੇਤੀ ਜਿਹੜੀ ਜ਼ਿਆਦਾ ਵਧੀਆ ਹੋ ਸਕਦੀ, ਕਿਸਾਨਾਂ ਦੇ ਵਿੱਚ ਹੋਰ ਉਤਸ਼ਾਹ ਆ ਸਕਦਾ। ਮੈਂ ਇਸ ਗੱਲ ਤੋਂ ਹੈਰਾਨ ਹਾਂ ਜੀ। ਕਈ ਵਾਰ ਪੰਜਾਬ ਗਵਰਨਮੈਂਟ ਦੇ ਬਹੁਤ ਸੀਨੀਅਰ ਅਫਸਰਸ ਨਾਲ ਵੀ ਡਿਸਕਸ਼ਨ ਹੋ ਚੁੱਕੀ ਹੈ, ਜਿਹਦਾ ਰਿਜ਼ਲਟ ਤੇ ਕੋਈ ਨਹੀਂ ਨਿਕਲਿਆ। ਪੰਜਾਬ 'ਚ ਇੱਕ ਲੈਂਡ ਪ੍ਰੀਜ਼ਰਵੇਸ਼ਨ 2 ਐਕਟ ਲਾਗੂ ਜੀ, ਜਿਹੜਾ ਪੰਜਾਬ ਵਿੱਚ 1902 ਚ ਲਾਗੂ ਹੋਇਆ। ਉਸ ਵੇਲੇ ਅੰਗਰੇਜ਼ ਸਰਕਾਰ ਸੀਗੀ ਤੇ ਪੰਜਾਬ ਉਸ ਵੇਲੇ ਬਹੁਤ ਵੱਡਾ ਸੀਗਾ। ਅਫਗਾਨਿਸਤਾਨ ਦਾ ਕੁਝ ਹਿੱਸਾ ਪੰਜਾਬ 'ਚ ਸੀਗਾ, ਪਾਕਿਸਤਾਨ 'ਚ ਜਿਹੜਾ ਪੂਰਾ ਪੰਜਾਬ ਹੈ ਉਹ ਪੰਜਾਬ 'ਚ ਸੀਗਾ। ਪੰਜਾਬ ਦਾ ਜਿਹੜਾ ਮੌਜੂਦਾ ਹੈ ਤਸਤੀ ਇਹ ਪੰਜਾਬ 'ਚ ਸੀ, ਹਰਿਆਣਾ ਪੰਜਾਬ 'ਚ ਸੀਗਾ, ਹਿਮਾਚਲ ਪ੍ਰਦੇਸ਼ ਪੰਜਾਬ 'ਚ ਸੀ। ਇੰਨੇ ਵੱਡੇ ਖਿੱਤੇ ਦੀ 1902 ਵਿੱਚ 2 ਕਰੋੜ ਆਬਾਦੀ ਸੀ, ਔਰ ਇੰਨੇ ਵੱਡੇ ਖਿੱਤੇ ਵਿੱਚ ਜੰਗਲ ਪੈਦਾ ਨਹੀਂ ਕੀਤੇ ਜਾ ਸਕੇ। ਔਰ ਉਸ ਵੇਲੇ ਇੱਕ ਜਿਹੜੀ ਸਾਰਿਆਂ ਨਾਲੋਂ ਹੋਰ ਵੱਡੀ ਪ੍ਰੋਬਲਮ ਸੀਗੀ ਕਿ ਸੋਰਸ ਆਫ એનર્ਜੀ ਨਾ ਤੇ ਬਿਜਲੀ ਸੀਗੀ, ਨਾ ਕੋਲਾ ਸੀਗਾ, ਨਾ ਗੈਸ ਸੀਗੀ, ਨਾ ਸਾਡੇ ਕੋਲ ਸੋਲਰ ਲਾਈਟ ਤੇ ਕੋਈ ਕੰਮ। ਸੋਰਸ ਆਫ એનર્ਜੀ ਸਿਰਫ ਇੱਕ ਲੱਕੜੀ ਸੀ। ਇਸ ਕਰਕੇ ਸਰਕਾਰ ਨੂੰ ਲੱਕੜੀ ਕੱਟਣ ਲਈ ਕਾਨੂੰਨ ਬਣਾਉਣਾ ਪਿਆ। ਹੁਣ ਸਾਡੇ ਕੋਲ ਸੋਰਸ ਆਫ એનર્ਜੀ ਬਹੁਤ ਜ਼ਿਆਦਾ ਹੈ, ਹੁਣ ਅਸੀਂ ਜੰਗਲ ਉਗਾਉਂਦੇ ਆ ਜੀ। ਉਹ ਕਾਨੂੰਨ ਜੰਗਲ ਪੈਦਾ ਕਰਦਾ ਸੀਗਾ ਤੇ ਅਸੀਂ ਜਿਹੜਾ ਜੰਗਲ ਉਗਾਉਣ ਵਾਲਾ ਸਾਧਨ ਹੈ ਉਹਨੂੰ ਅਡਾਪਟ ਕਰਨ ਲਈ ਤਿਆਰ ਨਹੀਂ ਆ। ਅਗਰ ਅਸੀਂ ਥੋੜਾ ਜਿਹਾ ਵੀ ਲੋਕਾਂ ਦਾ ਸਾਥ ਦਈਏ ਤੇ ਇਹ ਜਿਹੜੀ ਧਰਤੀ ਹੈ ਜਿਹਨੂੰ ਅਸੀਂ ਕੰਢੀ ਏਰੀਆ ਕਹਿੰਦੇ ਆ, ਇਹ ਕਰੋੜਾਂ ਰੁਪਏ ਪੈਦਾ ਕਰ ਸਕਦੀ ਹੈ, ਬਹੁਤ ਸੋਹਣੇ ਜੰਗਲ ਪੈਦਾ ਕਰ ਸਕਦੀ ਹੈ, ਬਹੁਤ ਜ਼ਿਆਦਾ ਟੂਰਿਜ਼ਮ ਨੂੰ ਅਟਰੈਕਟ ਕਰ ਸਕਦੀ ਹੈ, ਕਈ ਹਜ਼ਾਰ ਕਰੋੜ ਰੁਪਈਆ ਪੈਦਾ ਕਰ ਸਕਦੀ ਹੈ, ਲੱਖਾਂ ਨੌਕਰੀਆਂ। ਮੈਂ ਇੱਕ ਤੇ ਪੰਜਾਬ ਗਵਰਨਮੈਂਟ ਨੂੰ ਇਹੋ ਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹਨੂੰ ਓਪਨ ਡਿਸਕਸ਼ਨ 'ਚ ਲੈ ਕੇ ਆਓ
ਕਿ ਅਸੀਂ ਬੈਂਬੂ ਕਿਉਂ ਉਗਾਉਣਾ ਚਾਹੁੰਦੇ ਆ ਔਰ ਉਹ ਕਾਨੂੰਨ ਕਿਉਂ ਲਾਗੂ ਕਰਨਾ ਚਾਹੁੰਦੇ ਆ। ਇਹ ਪੰਜਾਬ ਦਾ ਐਕਟ ਜਿਹੜਾ 1902 ਚ ਲਾਗੂ ਹੋਇਆ, ਅੱਜ ਹਿਮਾਚਲ ਨੇ ਬੈਂਬੂ ਨੂੰ ਫ੍ਰੀ ਕਰਤਾ, ਪਰਮਿਟ ਤੋਂ ਬਿਨਾਂ ਕਰਤਾ। ਐਕਟ ਉਹੀ ਲਾਗੂ ਹੈ। J&K ਵਿੱਚ ਬੈਂਬੂ ਨੂੰ ਕੱਟਣਾ ਫ੍ਰੀ ਹੈ, ਹਰਿਆਣਾ 'ਚ ਕੱਟਣਾ ਫ੍ਰੀ ਹੈ। ਪੰਜਾਬ ਦਾ ਇਹ ਖਿੱਤਾ ਕੱਲਾ ਇਸ ਨੂੰ ਪਰਮਿਟ ਨੂੰ ਲੈ ਕੇ ਬੈਠਿਆ ਹੋਇਆ, ਜਿਹਦੇ ਕਰਕੇ ਇਸ ਏਰੀਏ 'ਚ ਬੈਂਬੂ ਉਗਾਉਣਾ ਨਹੀਂ ਉਗ ਰਿਹਾ, ਜਿਹਦੇ ਕਰਕੇ ਪੰਜਾਬ ਗਵਰਨਮੈਂਟ ਆਪਣਾ ਨੁਕਸਾਨ ਤੇ ਕਰ ਰਹੀ ਹੈ, ਲੋਕਾਂ ਦਾ ਵੀ ਨਾਲ ਕਰ ਰਹੀ ਹੈ। ਇੱਕ ਨੰਬਰ 2 ਤੇ ਅਸੀਂ ਇਹਨਾਂ 76 ਸਾਲਾਂ 'ਚ ਜੀ ਅੱਜ ਤੱਕ ਪੰਜਾਬ ਦੇ ਫਾਰਮਰ ਨੂੰ, ਜਿਹੜੇ ਲੋਕ ਬਾਂਸ ਉਗਾਉਣਾ ਚਾਹੁੰਦੇ ਆ, ਉਹਨਾਂ ਨੂੰ ਇਹ ਦੱਸ ਹੀ ਨਹੀਂ ਸਕੇ ਕਿ ਕਿਹੜੀ ਸਪੀਸ਼ੀ ਉਗਾਉਣੀ ਚਾਹੀਦੀ ਹੈ, ਉਹਦਾ ਕਿੰਨਾ ਕਿ ਡਿਸਟੈਂਸ ਇੱਕ ਦੂਜੇ ਨਾਲ ਰੱਖਣਾ ਚਾਹੀਦਾ, ਕਿਸ ਤਰੀਕੇ ਨਾਲ ਉਹਨੂੰ ਮੇਨਟੇਨ ਕਰਨਾ ਚਾਹੀਦਾ ਕਿ ਉਹ ਵੱਧ ਤੋਂ ਵੱਧ ਐਫੀਸ਼ੀਐਂਸੀ ਦੇਵੇ, ਇਨਕਮ ਦੇਵੇ। ਪਰ ਇਹ ਅਗਰ ਗੱਲਾਂ ਥੋੜਾ ਜਿਹਾ ਗੌਰ ਕੀਤਾ ਜਾਵੇ ਤੇ ਪੰਜਾਬ 'ਚ ਇਕਨੋਮਿਕ ਕੰਡੀਸ਼ਨ ਹੀ ਬਦਲ ਸਕਦੀ ਹੈ। ਪੰਜਾਬ ਇਹਦੇ ਵਿੱਚ ਸੋਨੇ ਦੀ ਚਿੜੀ ਬਣ, ਇਹਦਾ ਹਿੱਸਾ ਵੀ ਕਾਫੀ ਪੈ ਸਕਦਾ ਹੈ। ਪੰਜਾਬ ਨੂੰ ਵੈਸੇ ਬਾਂਸ ਨੂੰ ਵੈਸੇ ਹੀ ਗਵਰਨਮੈਂਟ ਆਫ ਇੰਡੀਆ ਨੇ ਗ੍ਰੀਨ ਗੋਲਡ ਡਿਕਲੇਅਰ ਕਰਤਾ ਹੈ। ਅੱਜ ਤੱਕ ਗ੍ਰੀਨ ਤੇ ਸਾਡੇ ਕੋਲ ਹੈਗਾ, ਬਾਂਸ ਤੋਂ ਗੋਲਡ ਨਹੀਂ ਮਿਲਿਆ। ਐਕਚੁਅਲੀ ਗੋਲਡ ਵੀ ਹੈਗਾ, ਪਰ ਅਸੀਂ ਉਸ ਗੋਲਡ ਨੂੰ ਆਪਣੇ ਆਪ ਹੀ ਗਵਾ ਰਹੇ ਹਾਂ, ਗੋਲਡ ਨੂੰ ਪੈਦਾ ਨਹੀਂ ਕਰਦੇ। ਬਹੁਤ ਬਹੁਤ ਧੰਨਵਾਦ ਗੌਤਮ ਰਿਸ਼ੀ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਸੋ ਦੋਸਤੋ, ਇਹ ਸਨ ਗੌਤਮ ਰਿਸ਼ੀ, ਬੈਂਬੂ ਖੇਤੀ ਦੇ ਮਾਹਰ, ਜਿਨ੍ਹਾਂ ਨੇ ਚਿੰਤਾ ਵੀ ਕੀਤੀ, ਚਿੰਤਨ ਵੀ ਕੀਤਾ ਤੇ ਨਾਲ ਦੀ ਨਾਲ ਸਰਕਾਰ ਤੇ ਆਪਣਾ ਜਿਹੜਾ ਰੋਸ ਵੀ ਜ਼ਾਹਰ ਕੀਤਾ ਕਿ ਸਰਕਾਰ ਵੱਲੋਂ ਹਲੇ ਪੂਰੀ ਤਰ੍ਹਾਂ ਨਹੀਂ ਹੈ। ਪਰ ਇਹਨਾਂ ਦੇ ਕਹਿਣ ਦੇ ਮੁਤਾਬਕ ਜਿੱਥੇ ਇਹਨਾਂ ਦੀ ਇਨਕਮ ਦਾ ਸਾਧਨ, ਉੱਥੇ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕਦਾ, ਖੇਤੀ ਵੀ ਵੱਧ ਸਕਦੀ ਔਰ ਪੰਜਾਬ ਮੁੜ ਕੇ ਸੋਨੇ ਦੀ ਚਿੜੀ ਬਣਨ ਦੇ ਵਿੱਚ ਇਸ ਬੈਂਬੂ ਦੀ ਖੇਤੀ ਦਾ ਕਾਫੀ ਯੋਗਦਾਨ ਹੋਊਗਾ।